ਸਾਰੇ ਭੈਣਾਂ ਤੇ ਭਰਾਵਾਂ ਨੂੰ ਪ੍ਰੇਜ਼ ਦਾ ਲਾਰਡ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਵਾਰ ਫਿਰ ਉਹਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰ ਸਕੀਏ, ਉਹਦੇ ਵਚਨ ਦੇ ਵਿੱਚੋਂ ਕੁਝ ਸਿੱਖ ਸਕੀਏ। ਸੋ ਅੱਜ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ, ਇੱਕ ਬਾਈਬਲ ਦੀ ਕਹਾਣੀ ਸਾਂਝੀ ਕਰਨਾ ਚਾਹਾਂਗਾ। ਇਹ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਇੱਕ ਰਾਜਾ ਹੁੰਦਾ ਹੈ ਤੇ ਉਸਦੇ 2 ਪੁੱਤਰ ਹੁੰਦੇ ਨੇ, ਤੇ ਇੱਕ ਦਿਨ ਇੱਕ ਛੋਟਾ ਪੁੱਤਰ ਉਸਦੇ ਕੋਲ ਆਉਂਦਾ ਤੇ ਆਖਦਾ ਕਿ ਇਹ ਬਾਪ, ਮੇਰੇ ਹਿੱਸੇ ਦੀ ਜਾਇਦਾਦ ਮੈਨੂੰ ਦੇ ਦਿਓ। ਬਾਪ ਉਸ ਨੂੰ ਆਖਦਾ ਕਿ ਪੁੱਤਰ, ਸਭ ਕੁਝ ਤੇਰਾ ਤਾਂ ਹੈ, ਤੂੰ ਬਟਵਾਰਾ ਕਿਉਂ ਚਾਹੁੰਦਾ ਹੈ? ਤੇ ਪੁੱਤਰ ਕਹਿੰਦਾ ਕਿ ਨਹੀਂ, ਮੇਰੇ ਹਿੱਸੇ ਦੀ ਸਭ ਜਾਇਦਾਦ, ਸਭ ਮਾਲ ਲੱਤਾ ਮੈਨੂੰ ਦੇ ਦਿਓ। ਬਾਪ ਉਸਦੇ ਬਾਰ-ਬਾਰ ਜਿੱਦ ਕਰਨ ਤੇ ਉਹਦੇ ਹਿੱਸੇ ਦੀ ਜਾਇਦਾਦ, ਉਹਦੇ ਹਿੱਸੇ ਦੀ ਪ੍ਰਾਪਰਟੀ ਉਹਨੂੰ ਦੇ ਦਿੰਦਾ। ਪੁੱਤਰ ਕੀ ਕਰਦਾ ਹੈ? ਸਭ ਪੈਸਾ, ਸਭ ਮਾਲ ਲੱਤਾ, ਸਭ ਪ੍ਰਾਪਰਟੀ ਆਪਣੀ ਲੈ ਕੇ ਆਪਣੇ ਦੋਸਤਾਂ ਦੇ ਨਾਲ ਕਿਸੇ ਹੋਰ ਦੂਰ ਦੇਸ਼ ਚਲਾ ਜਾਂਦਾ ਹੈ। ਸਭ ਕੁਝ ਬਹੁਤ ਵਧੀਆ ਚੱਲਦਾ ਹੁੰਦਾ, ਸਭ ਇੰਜੋਏ ਕਰਦੇ ਨੇ, ਖੂਬ ਐਸ਼ ਕਰਦੇ ਨੇ, ਚੰਗੇ ਦੋਸਤ ਮਿੱਤਰ ਸਭ ਪਾਰਟੀ ਕਰਦੇ ਨੇ। ਤੇ ਉਹ ਦਿਨ ਵੀ ਦੂਰ ਨਹੀਂ ਹੁੰਦਾ ਕਿ ਜਦੋਂ ਸਭ ਧਨ ਦੌਲਤ ਪੈਸਾ ਖਤਮ ਹੋ ਜਾਂਦਾ, ਮੁੱਕ ਜਾਂਦਾ। ਜਿਸ ਦਿਨ ਸਾਰਾ ਪੈਸਾ ਖਤਮ ਹੁੰਦਾ, ਸਾਰੇ ਦੋਸਤ ਉਸ ਪੁੱਤਰ ਨੂੰ, ਉਸ ਲੜਕੇ ਨੂੰ ਛੱਡ ਕੇ ਚਲੇ ਜਾਂਦੇ ਨੇ। ਹੁਣ ਇਕੱਲਾ ਪੁੱਤਰ ਭੁੱਖਾ ਧਿਆਇਆ, ਖਾਣ ਨੂੰ ਕੁਛ ਨਹੀਂ, ਸਮਝ ਨਹੀਂ ਆ ਰਹੀ ਕਿ ਕੀ ਕਰਾਂ। ਕੀ ਕਰਦਾ? ਖੋਜ ਕਰਦੇ ਕਰਦੇ ਉਹਨੂੰ ਇੱਕ ਜਗ੍ਹਾ ਮਿਲਦੀ ਹੈ, ਇੱਕ ਇਨਸਾਨ ਜਿਸ ਦੇ ਕੋਲ ਕੁਝ ਸੂਰ ਹੁੰਦੇ ਨੇ, ਕੁਝ ਸੂਰ ਹੁੰਦੇ ਨੇ। ਉਹਨੂੰ ਕਹਿੰਦਾ ਕਿ ਤੂੰ ਮੈਨੂੰ ਆਪਣੇ ਸੂਰਾਂ ਦੀ ਰਖਵਾਲੀ ਵਾਸਤੇ, ਇਹਨਾਂ ਨੂੰ ਚਰਾਉਣ ਦੇ ਕੰਮ ਵਾਸਤੇ ਰੱਖ ਲੈ। ਇੱਕ ਵਾਰ ਤਿੱਖੜ ਦੁਪਹਿਰ ਸੂਰਾਂ ਨੂੰ ਚਰਾਉਂਦਾ ਹੋਇਆ ਉੱਥੇ ਬੈਠਾ ਸੋਚਦਾ ਕਿ ਮੈਂ ਆਪਣੇ ਬਾਪ ਦੇ ਘਰ ਹੁੰਦਾ ਸੀ, ਉਸ ਮਹਿਲ ਦੇ ਵਿੱਚ ਮੇਰੇ ਅੱਗੇ ਪਿੱਛੇ ਨੌਕਰ ਚਾਕਰ ਹੁੰਦੇ ਸੀ, ਸਭ ਕੁਝ ਕਿੰਨਾ ਸੁੰਦਰ ਸੀ। ਤੇ ਅੱਜ ਮੈਂ ਆਪਣੀ ਉਸ ਵੱਡੀ ਗਲਤੀ ਦੇ ਕਰਕੇ ਸਭ ਕੁਝ ਗਵਾ ਲਿਆ, ਆਪਣੇ ਬਾਪ ਦਾ ਪਿਆਰ, ਉਹ ਮਹਿਲ, ਉਹ ਸ਼ਾਹੀ ਜ਼ਿੰਦਗੀ। ਇੱਥੇ ਮੈਂ ਸੂਰਾਂ ਦੇ ਵਿੱਚ ਰਹਿਣਾ, ਉਹਨਾਂ ਦੀਆਂ ਝੂਠੀਆਂ ਫਲੀਆਂ ਖਾਣਾ। ਮੈਂ ਕੀ ਕਰਾਂ? ਉਹ ਸੋਚਦਾ ਹੈ। ਮਨ ਹੀ ਮਨ ਦੇ ਵਿੱਚ ਉਹ ਇਹ ਵਿਚਾਰ ਕਰਦਾ ਕਿ ਮੈਂ ਕਿਉਂ ਨਾ ਆਪਣੇ ਬਾਪ ਦੇ ਘਰ ਜਾਵਾਂ ਤੇ ਉਸ ਨੂੰ ਕਹਾਂ ਕਿ ਬਾਪ, ਮੈਂ ਤੇਰੀ ਮਾਫੀ ਤਾਂ ਡਿਜ਼ਰਵ ਨਹੀਂ ਕਰਦਾ, ਮੈਂ ਤੇਰੀ ਮਾਫੀ ਦੇ ਕਾਬਿਲ ਨਹੀਂ ਹਾਂ, ਤੂੰ ਮੈਨੂੰ ਆਪਣੇ ਨੌਕਰਾਂ ਦੇ ਵਿੱਚ ਹੀ ਰੱਖ ਲੈ। ਬਹੁਤ ਸੋਚਦਾ ਵਿਚਾਰਦਾ, ਬੜੀ ਮੁਸ਼ਕਲ ਦੇ ਨਾਲ ਹਿੰਮਤ ਇਕੱਠੀ ਕਰਦਾ ਤੇ ਤੁਰਿਆ ਜਾਂਦਾ ਘਰ ਵੱਲ ਨੂੰ। ਹਜੇ ਦੂਰ ਹੀ ਹੁੰਦਾ ਆਪਣੇ ਉਸ ਮਹਿਲ ਤੋਂ, ਆਪਣੇ ਉਸ ਘਰ ਤੋਂ, ਕਿ ਉਹਦਾ ਬਾਪ ਉਹ ਮਹਿਲ ਦੀ ਛੱਤ ਉੱਤੇ ਖੜ ਕੇ ਉਸਦੀ ਵੇਟ ਕਰ ਰਿਹਾ ਹੁੰਦਾ, ਉਸਦੀ ਇੰਤਜ਼ਾਰ ਕਰ ਰਿਹਾ ਹੁੰਦਾ ਕਿ ਮੇਰਾ ਪੁੱਤਰ ਕਦੋਂ ਆਵੇਗਾ। ਉਹ ਜਿੱਦਾਂ ਹੀ ਘਰ ਆਉਂਦਾ ਹੈ, ਉਹ ਬਾਪ ਉਹਦੇ ਲਈ ਦਰਵਾਜ਼ਾ ਖੋਲਦਾ ਹੈ। ਪੁੱਤਰ ਉਹਦੇ ਚਰਨਾਂ ਦੇ ਵਿੱਚ ਡਿੱਗ ਪੈਂਦਾ, ਉਹਦੇ ਪੈਰਾਂ ਦੇ ਵਿੱਚ ਡਿੱਗ ਪੈਂਦਾ, ਕਹਿੰਦਾ ਹੈ, ਬਾਪ ਮੈਨੂੰ ਮਾਫ ਕਰ, ਮੈਂ ਤੇਰਾ ਗੁਨਾਹਗਾਰ ਹਾਂ, ਤੂੰ ਮੈਨੂੰ ਆਪਣੇ ਨੌਕਰਾਂ ਦੇ ਵਿੱਚ ਹੀ ਰੱਖ ਲੈ। ਬਾਪ ਆਪਣੇ ਪੁੱਤਰ ਨੂੰ ਚੁੱਕਦਾ, ਉਹਨੂੰ ਗਲ ਨਾਲ ਲਾਉਂਦਾ। ਉਹ ਕਹਿੰਦਾ ਕਿ ਪੁੱਤਰ, ਮੈਂ ਤੇਰੇ ਲਈ ਰੋਜ਼ ਉਡੀਕਦਾ ਰਿਹਾ, ਮੇਰਾ ਪੁੱਤਰ ਮਰ ਗਿਆ ਸੀਗਾ, ਫਿਰ ਜੀ ਉੱਠਿਆ। ਉਹ ਆਪਣੇ ਨੌਕਰਾਂ ਨੂੰ ਆਖਦਾ ਹੈ, ਇਹਨੂੰ ਨਵਾਓ ਧਵਾਓ, ਇਹਦੇ ਵਾਲ ਕੱਟੋ, ਇਹਨੂੰ ਸ਼ਾਹੀ ਪੋਸ਼ਾਕ ਪਵਾਓ, ਅੱਜ ਇੱਕ ਵੱਡੇ ਭੋਜ ਦੀ ਤਿਆਰੀ ਕਰੋ। ਮੇਰਾ ਇਹ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਦਾ ਇੱਕ ਛੋਟਾ ਜਿਹਾ ਮਕਸਦ ਹੈ। ਸਾਡੀ ਰੋਜ਼-ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੁੰਦਾ, ਅਸੀਂ ਉਸ ਪਰਮੇਸ਼ਰ ਦੇ ਨਾਲ, ਉਸ ਪ੍ਰਮਾਤਮਾ ਦੇ ਨਾਲ ਸੰਗਤੀ ਕਰਦੇ ਹਾਂ, ਸਮੇਂ ਬਤੀਤ ਕਰਦੇ ਹਾਂ। ਕਈ ਵਾਰ ਕੀ ਹੁੰਦਾ, ਅਸੀਂ ਕਮਜ਼ੋਰ ਪੈ ਜਾਂਦੇ ਕਿਉਂਕਿ ਅਸੀਂ ਸਰੀਰਕ ਦਸ਼ਾ ਦੇ ਵਿੱਚ ਹਾਂ। ਜਦ ਤੱਕ ਅਸੀਂ ਸਰੀਰਕ ਜਾਮੇ ਦੇ ਵਿੱਚ ਹਾਂ, ਅਸੀਂ ਕਮਜ਼ੋਰ ਪੈ ਜਾਂਦੇ ਹਾਂ। ਤੇ ਉਸ ਤੋਂ ਬਾਅਦ ਕੀ ਹੁੰਦਾ,
ਜਦੋਂ ਸਾਡੇ ਤੋਂ ਪਾਪ ਹੋ ਜਾਂਦਾ, ਜਦੋਂ ਅਸੀਂ ਕਮਜ਼ੋਰ ਪੈ ਜਾਂਦੇ ਆ, ਤੇ ਉਹ ਦੁਸ਼ਟ, ਉਹ ਸ਼ੈਤਾਨ, ਉਹ ਨੈਗੇਟਿਵਿਟੀ ਸਾਡੇ ਕੰਨ ਦੇ ਵਿੱਚ ਆ ਕੇ ਕੀ ਬੋਲਦੀ ਹੈ, ਤੂੰ ਪਰਮੇਸ਼ਰ ਦੇ ਹਜ਼ੂਰ ਦੁਬਾਰਾ ਜਾਣ ਦੇ ਲਾਇਕ ਨਹੀਂ, ਉਹ ਤਾਂ ਅਤੀ ਪਵਿੱਤਰ ਹੈ ਤੇ ਤੂੰ ਪਾਪੀ ਹੈ, ਉਹ ਤੂੰ ਨਾ ਜਾ। ਤੂੰ ਪਰਮੇਸ਼ਰ ਦੇ ਨਾਲ ਕਮਿਟਮੈਂਟ ਕੀਤੀ ਸੀ ਕਿ ਪ੍ਰਭੂ ਮੈਂ ਤੇਰੇ ਵਚਨ ਨੂੰ ਰੋਜ਼ ਪੜਾਂਗਾ, ਮੈਂ ਤੇਰੇ ਨਾਲ ਰੋਜ਼ ਸੰਗਤੀ ਕਰਾਂਗਾ, ਪਰ ਉਹੀ ਇੱਕ ਸਮਾਂ ਹੈ ਕਿ ਜਦੋਂ ਸਾਨੂੰ ਲੋੜ ਹੈ ਕਿ ਅਸੀਂ ਹਿੰਮਤ ਇਕੱਠੀ ਕਰੀਏ, ਕਿਉਂਕਿ ਸਾਡਾ ਬਾਪ ਉਸੇ ਤਰ੍ਹਾਂ ਉਸ ਰਾਜੇ ਦੇ ਵਾਂਗ ਹਮੇਸ਼ਾ ਸਾਡੀ ਵੇਟ ਵਿੱਚ ਰਹਿੰਦਾ ਕਿ ਕਦੋਂ ਮੇਰਾ ਪੁੱਤਰ, ਮੇਰੀ ਪੁੱਤਰੀ ਮੇਰੇ ਕੋਲ ਆਉਣਗੇ, ਕਦੋਂ ਮੈਂ ਉਹਨਾਂ ਨੂੰ ਮੁੜ ਦੁਬਾਰਾ ਆਪਦੇ ਗਲ ਨਾਲ ਲਾਵਾਂਗਾ। ਸਾਨੂੰ ਬਸ ਇਹੀ ਲੋੜ ਹੈ ਕਿ ਜੋ ਗਲਤੀਆਂ, ਜੋ ਗੁਨਾਹ, ਜੋ ਪਾਪ ਅਸੀਂ ਆਪਣੀ ਨਾਸਮਝੀ ਦੇ ਵਿੱਚ ਕਰ ਬੈਠਦੇ ਹਾਂ, ਉਸੇ ਪਾਪ ਦੇ ਵਿੱਚ ਨਾ ਡਿੱਗੇ ਰਹੀਏ, ਉਸ ਚਿੱਕੜ ਦੇ ਵਿੱਚ ਹੀ ਨਾ ਡਿੱਗੇ ਰਹੀਏ, ਬਲਕਿ ਉੱਠ ਖੜੀਏ ਤੇ ਮੁੜ ਆਪਣੇ ਪਰਮੇਸ਼ਰ, ਆਪਣੇ ਪਿਤਾ ਦੇ ਕੋਲ ਆਈਏ ਤੇ ਉਹਨੂੰ ਆਖੀਏ ਕਿ ਪਰਮੇਸ਼ਰ, ਇਹ ਬਾਪ ਸਾਡੇ ਤੋਂ ਗਲਤੀ ਹੋ ਗਈ, ਸਾਨੂੰ ਮਾਫ ਕਰ। ਤੇ ਉਹ ਬਾਪ ਇੰਨਾ ਭਲਾ ਹੈ, ਇੰਨਾ ਪਿਆਰ ਕਰਨ ਵਾਲਾ ਹੈ ਕਿ ਉਹ ਸਾਨੂੰ ਫਿਰ ਤੋਂ ਨਵਾ ਧਵਾ ਕੇ ਨਵੀਆਂ ਪੁਸ਼ਾਕਾਂ, ਉਹ ਪਵਿੱਤਰਤਾਈ ਦੀ ਪੁਸ਼ਾਕ, ਉਹ ਧਾਰਮਿਕਤਾ ਦੀ ਪੁਸ਼ਾਕ ਦੇਣ ਦੇ ਵਿੱਚ ਸਮਰਥੀ ਹੈ। ਸੋ ਮੇਰੇ ਪਿਆਰਿਓ, ਮੇਰੇ ਭਾਈਓ ਤੇ ਭੈਣੋ, ਮੈਂ ਤੁਹਾਨੂੰ ਇਹੀ ਐਨਕਰੇਜ ਕਰਨਾ ਚਾਹੁੰਦਾ, ਉਤਸ਼ਾਹਿਤ ਕਰਨਾ ਚਾਹੁੰਦਾ ਕਿ ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਮਜ਼ੋਰ ਪੈ ਜਾਂਦੇ ਆ, ਅਗਰ ਨਾ ਚਾਹੁੰਦੇ ਹੋਏ ਅਸੀਂ ਪਾਪ ਦੇ ਵਿੱਚ ਡਿੱਗ ਪੈਂਦੇ ਆ, ਤੇ ਉਸ ਪਾਪ ਦੇ ਵਿੱਚ ਇਸ ਤਰੀਕੇ ਨਾਲ ਨਾ ਡਿੱਗੇ ਰਹੀਏ ਕਿ ਉਹਦੀ ਪਰਤ ਹਰ ਦਿਨ ਮੋਟੀ ਹੁੰਦੀ ਜਾਵੇ ਤੇ ਉਹ ਸ਼ੈਤਾਨ ਉਸ ਪਰਤ ਨੂੰ, ਉਸ ਛਲਾਵੇ ਨੂੰ ਯੂਜ਼ ਕਰਕੇ ਸਾਨੂੰ ਡਿਸਕਰੇਜ ਕਰਦਾ ਰਹੇ ਕਿ ਤੂੰ ਪਰਮੇਸ਼ਰ ਦੇ ਹਜ਼ੂਰ ਜਾਣ ਦੇ ਲਾਇਕ ਨਹੀਂ। ਉਹ ਬੰਦਿਆਂ ਨੂੰ ਤੋੜ ਕੇ ਪਰਮੇਸ਼ਰ ਦੀ ਸਾਮਰਥ ਨੂੰ, ਪਰਮੇਸ਼ਰ ਦੀ ਹਿੰਮਤ ਨੂੰ ਇਕੱਠਾ ਕਰਕੇ ਉਹਦੇ ਹਜ਼ੂਰ ਜਾ ਕੇ ਉਸ ਤੋਂ ਮਾਫੀ ਮੰਗੀਏ ਤੇ ਮੁੜ ਖੜੇ ਹੋ ਕੇ ਉਹਦੇ ਨਾਲ ਸੰਗਤੀ ਕਰਨਾ ਸ਼ੁਰੂ ਕਰੀਏ, ਉਹਦੇ ਪਿਆਰ ਦੇ ਵਿੱਚ, ਉਹਦੇ ਵਚਨ ਦੇ ਉੱਤੇ ਚੱਲਣਾ ਸ਼ੁਰੂ ਕਰੀਏ। ਸੋ ਪਰਮੇਸ਼ਰ ਤੁਹਾਡੇ ਸਭ ਦੇ ਨਾਲ ਹੋਣ, ਉਹਦੇ ਪਿਆਰ ਦੇ ਵਿੱਚ ਬਣੇ ਰਹੀਏ, ਉਹਦੇ ਵਚਨਾਂ ਦੇ ਵਿੱਚ ਬਣੇ ਰਹੀਏ ਤੇ ਉਹਦੀ ਪਵਿੱਤਰ ਆਤਮਾ ਤੇ ਚਲਾਇਆ ਚੱਲਦੇ ਰਹੀਏ। ਸਾਰਿਆਂ ਨੂੰ ਪ੍ਰੇਜ਼ ਦਾ ਲਾਰਡ।